घर बेच के चले हाँ आपदा मतलब एक एक चीज़ सोना हर चीज़ बेच के ना राह ते चले हाँ जी असीं 28 सालां दा सफ़र कोई छोटा मोटा सफ़र नहीं हैगा जी कि मान साहब ने देखिया कि इस परिवार दे भाई सारे जी चले गए फादर साहब बैड ते सीगे एक आस नाल बहुत खुश होए सी असीं कि कुछ समा मतलब मेरे फादर साहब वीर जी नाल गुजारनगे उड़ीकदे इस दुनिया तो चले गए कौम दे विच एका ही नहीं होया उसी अज भी असीं उस एके दी घाट महसूस कर रहे हैं जी मैं तां मान साहब दे मूंहों ये गल सुनी नहीं कि सिखां दा इक्को एक अजिहा केस आ जिहड़ा कि फांसी दी सज़ा दा फैसला अज भी वीर जी 28 सालां बाद भी उड़ीक रहे ने अज भी फांसी दे तख्ते ते खड़े ने। सत श्री अकाल आरएमबी टैलीविजन देख रहे हो तुसी मैं हाँ जस करेबाल। संगरूर ਦੀਆਂ ਜਿਮਨੀ ਚੋਣਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਚਰਚਾ ਦਾ ਮਾਹੌਲ ਬਣਾਇਆ ਹੈ। ਸੰਗਰੂਰ ਦੇ ਵਿੱਚ ਫਿਰਦਿਆਂ ਸੰਗਰੂਰ ਦੇ ਉਮੀਦਵਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕਮਲਦੀਪ ਕੌਰ ਜੀ ਸਾਡੇ ਨਾਲ ਹੋਣਗੇ। ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲ ਵਧਾਂਗੇ। ਤੁਹਾਡਾ ਸਵਾਗਤ ਹੈ ਬੀਬਾ ਜੀ। ਸਤਿ ਸ਼੍ਰੀ ਅਕਾਲ ਜੀ। ਸੁਖਬੀਰ ਸਿੰਘ ਬਾਦਲ ਵੀ ਜਿਹੜੇ ਆ ਇਸ ਵਾਰ ਕਹਿੰਦੇ ਦਿਖਾਈ ਦਿੱਤੇ ਕਿ ਇਹ ਚੋਣਾਂ ਜਿਹੜੀਆਂ ਲੜੀਆਂ ਜਾਣੀਆਂ ਨੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੁਹਾਡੇ ਵੀ ਜੇ ਅਸੀਂ ਪੋਸਟਰ ਲੱਗੇ ਦੇਖਦੇ ਆ ਤਾਂ ਉਹਦੇ ਤੇ ਇਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਜਿਹੜੀਆਂ ਚੋਣਾਂ ਲੜੀਆਂ ਜਾਂਦੀਆਂ ਕੀ ਸਹੀ ਹੈ? बिल्कुल जी इस तरह सीगा श्री अकाल तख्त साहब जी का आदेश सीगा कि इस बार सारियां पंथक धिरां जड़ियां ने इकट्ठियां हो के जड़ियां संगरूर दियां लोक सभा हलका दी जिमनी चोण आ ਇਹ ਬੰਦੀ ਸਿੱਖਾਂ ਦੇ ਪਰਿਵਾਰਾਂ ਚੋਂ ਲੜਾਈ ਜਾਵੇ ਤਾਂ ਕਿ ਇੱਕ ਸੁਨੇਹਾ ਜਾ ਸਕੇ ਤੇ ਸਾਡੇ ਕੋਲੇ ਮਤਲਬ ਸੰਤ ਸਮਾਜ ਤੇ ਬੰਦੀ ਸਿੱਖਾਂ ਦੇ ਪਰਿਵਾਰਾਂ ਚੋਂ ਆ ਕੇ ਉਮੀਦਵਾਰ ਐਲਾਨਿਆ ਸੀ ਉਦੋਂ ਅਸੀਂ ਮਤਲਬ ਕਿ ਆਜ਼ਾਦ ਤੌਰ ਤੇ ਅਸਮਰੱਥਾ ਜਤਾਈ ਸੀਗੀ। ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਡੇ ਕੋਲ ਆਏ ਕਿ ਸਾਰੀਆਂ ਪੰਥਕ ਧਿਰਾਂ ਦੀ ਇਹੀ ਮੰਗ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਆ। ਫਿਰ ਅਸੀਂ ਵੀਰ ਜੀ ਰਾਜੋਆਣਾ ਜੀ ਨਾਲ ਮੁਲਾਕਾਤ ਕੀਤੀ ਸੀ ਜੀ। ਫਿਰ ਵੀਰ ਜੀ ਰਾਜੋਆਣਾ ਜੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਆ ਤੇ ਇਸ ਕਰਕੇ ਸਾਰੀਆਂ ਪੰਥਕ ਧਿਰਾਂ ਦੀ ਮੰਗ ਆ, ਇਸ ਕਰਕੇ ਅਸੀਂ ਇਸ ਸੰਘਰਸ਼ ਦੇ ਵਿੱਚ ਆਏ ਸੀ। ਮੈਂ ਦੇਖਿਆ ਕਿ ਤੁਸੀਂ ਇਸ ਤੋਂ ਬਾਅਦ ਪਿਪਲੀ ਪਿੰਡ ਦੇ ਵਿੱਚ ਉਸ ਘਰ ਦੇ ਵਿੱਚ ਵੀ ਜਾਂਦੇ ਉਸ ਘਰ ਦੇ ਵਿੱਚ ਗਏ ਤੇ ਤਸਵੀਰਾਂ ਤੁਹਾਡੇ ਹੱਥ ਦੇ ਵਿੱਚ ਸੀ। ਉਹ ਚੀਜ਼ਾਂ ਤੁਸੀਂ ਭਾਵੁਕ ਵੀ ਹੋਏ, ਉਹ ਚੀਜ਼ਾਂ ਹਨਾ ਸਾਰੀਆਂ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਹਾਲੇ ਤੱਕ ਉਹਨਾਂ ਚੀਜ਼ਾਂ ਦਾ ਇਨਸਾਫ ਸਾਡੇ ਹਿੱਸੇ ਕਿਉਂ ਨਹੀਂ ਆਇਆ? ਕੌਮ ਦੇ ਵਿੱਚ ਮੈਂ ਕਹੂੰਗੀ ਕਿ ਇੱਕ ਤਾਂ ਸਾਡੀ ਕੌਮ ਨੇ ਬਹੁਤ ਲੰਬਾ ਸੰਤਾਪ ਹੰਢਾਇਆ, ਉਹਦੇ ਨਾਲ ਇਹ ਵੀ ਇੱਕ ਤੱਥ ਹੈ ਤੇ ਉਹਦੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਹੋਏ ਮੈਂ ਇਹ ਕਹਾਂਗੀ ਕਿ ਸਾਡੀ ਕੌਮ ਦੇ ਵਿੱਚ ਏਕੇ ਦੀ ਵੀ ਘਾਟ ਹੈ। ਏਕੇ ਦੀ ਘਾਟ ਨੇ ਦੋ ਚੀਜ਼ਾਂ ਕੀਤੀਆਂ ਨੇ, ਇੱਕ ਤਾਂ ਸਾਡੇ ਜਿਹੜੇ ਨਿਰਦੋਸ਼ ਸਿੱਖਾਂ ਦੇ ਕਾਤਲ ਸੀ, ਚਾਹੇ ਉਹ 84 ਦੇ ਕਾਤਲ ਹੋਣ, ਚਾਹੇ ਉਹ ਪੰਜਾਬ ਦੇ ਵਿੱਚ 25,000 ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦਾ ਉਹਨਾਂ ਦਾ ਸਿੱਖਾਂ ਦਾ ਨਿਰਦੋਸ਼ ਸਿੱਖਾਂ ਦਾ ਮਸਲਾ ਹੋਵੇ। ਏਕੇ ਦੀ ਘਾਟ ਨੇ ਮਤਲਬ ਸਾਡੇ ਜਿਹੜੇ ਪੰਥਕ ਲੀਡਰ ਸੀ ਉਹ ਚਾਹੇ ਕੋਈ ਵੀ ਹੋਣ ਉਹਨਾਂ ਨੇ ਕਦੇ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੱਤਾ। ਇਹ ਕੌਮ ਦੇ ਵਿੱਚ ਏਕਾ ਹੀ ਨਹੀਂ ਹੋਇਆ। ਉਸੇ ਅੱਜ ਵੀ ਅਸੀਂ ਉਸ ਏਕੇ ਦੀ ਘਾਟ ਮਹਿਸੂਸ ਕਰ ਰਹੇ ਹਾਂ ਜੀ ਕਿ ਅੱਜ ਵੀ ਉਸ ਏਕੇ ਦੀ ਘਾਟ ਮਹਿਸੂਸ ਅਸੀਂ ਕਰਦੇ ਹਾਂ ਕਿ ਬੰਦੀ ਸਿੱਖਾਂ ਨੂੰ ਰਿਹਾ ਕਰਵਾਉਣ ਦੇ ਲਈ ਵੀ ਸਾਡੀ ਕੌਮ ਦੇ ਵਿੱਚ ਏਕੇ ਦੀ ਕਮੀ ਹੈ ਜੀ। ਇਸੇ ਏਕੇ ਦੀ ਕਮੀ ਦੇ ਕਾਰਨ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਅਲੱਗ ਲੜ ਰਹੇ ਨੇ, ਤੁਸੀਂ ਅਲੱਗ ਹੋ ਕਿਉਂਕਿ ਪੰਥ ਦੀ ਗੱਲ ਹੀ ਉਹ ਕਰਦੇ ਨੇ, ਕੌਮ ਦੀ ਗੱਲ ਹੀ ਉਹ ਕਹਿੰਦੇ ਨੇ ਕਿ ਮੈਂ ਕਰਦਾ, ਪੰਥ ਦੀ ਗੱਲ ਤੁਸੀਂ ਕਰ ਰਹੇ ਹੋ, ਕੌਮ ਦੀ ਗੱਲ ਤੁਸੀਂ ਕਰ ਰਹੇ ਹੋ। ਇਹ ਏਕੇ ਦੀ ਘਾਟ ਹੀ ਮੰਨਦੇ ਹੋ ਕਿ ਇੱਕ ਪਾਸੇ ਉਧਰੋਂ ਵੀ ਉਹ ਲੜ ਰਹੇ ਨੇ, ਇੱਧਰ ਤੁਸੀਂ ਲੜ ਰਹੇ ਹੋ? ਦੇਖੋ ਅਸੀਂ ਮਾਨ ਸਾਹਿਬ ਜੀ ਨੂੰ ਬੇਨਤੀ ਕੀਤੀ ਸੀਗੀ ਕਿ ਮਾਨ ਸਾਹਿਬ ਜੀ ਜਦੋਂ ਜੇਲ੍ਹ ਦੇ ਵਿੱਚ ਸੀਗੇ, ਮਾਨ ਸਾਹਿਬ ਜੀ 5 ਸਾਲ ਜੇਲ੍ਹ ਦੇ ਵਿੱਚ ਰਹੇ ਨੇ, ਉਸੇ ਟਾਈਮ ਸਿੱਖ ਕੌਮ ਨੇ ਮਤਲਬ ਉਹਨਾਂ ਨੂੰ ਚੋਣਾਂ ਦੇ ਵਿੱਚ ਖੜਾ ਕਰਕੇ ਰਿਹਾ ਕਰਵਾਇਆ 89 ਦੇ ਵਿੱਚ। ਜਿਹੜੇ ਸਾਡੇ ਬੰਦੀ ਸਿੰਘ ਨੇ, ਸਾਡੇ ਵੀਰ ਜੀ ਨੇ 28 ਸਾਲ ਹੋ ਗਏ ਜੀ। ਇੱਕੋ ਇੱਕ ਅਜਿਹਾ ਕੇਸ ਆ ਸਿੱਖਾਂ ਦਾ, ਕਦੇ ਮੈਂ ਤਾਂ ਮਾਨ ਸਾਹਿਬ ਦੇ ਮੂੰਹੋਂ ਇਹ ਗੱਲ ਸੁਣੀ ਨਹੀਂ ਕਿ ਸਿੱਖਾਂ ਦਾ ਇੱਕੋ ਇੱਕ ਅਜਿਹਾ ਕੇਸ ਆ ਜਿਹੜਾ ਕਿ ਫਾਂਸੀ ਦੀ ਸਜ਼ਾ ਦਾ ਫੈਸਲਾ ਅੱਜ ਵੀ ਵੀਰ ਜੀ 28 ਸਾਲਾਂ ਬਾਅਦ ਵੀ ਉਡੀਕ ਰਹੇ ਨੇ, ਅੱਜ ਵੀ ਫਾਂਸੀ ਦੇ ਤਖਤੇ ਤੇ ਖੜੇ ਨੇ। 15 ਸਾਲਾਂ ਤੋਂ ਫਾਂਸੀ ਕੋਠੀ ਦੇ ਵਿੱਚ ਹੈ। ਮੈਂ ਕਦੇ ਮਾਨ ਸਾਹਿਬ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ ਕਿ ਸਿੱਖਾਂ ਦਾ ਇੱਕੋ ਇੱਕ ਕੇਸ ਆ ਫਾਂਸੀ ਦੀ ਸਜ਼ਾ ਦਾ, ਕਿਸੇ ਨੂੰ ਉਹਨਾਂ ਨੇ ਕਿਹਾ ਹੋਵੇ ਕਿ ਸਾਨੂੰ 28 ਸਾਲਾਂ ਬਾਅਦ ਵੀ, ਮੈਂ ਕਹਿੰਦੀ ਹਾਂ ਪੂਰੇ ਦੇਸ਼ 'ਚ ਹੀ ਇੱਕ ਕੇਸ ਹੋਣਾ ਇਹ ਕਿ 28 ਸਾਲਾਂ ਬਾਅਦ ਵੀ ਫੈਸਲਾ ਉਡੀਕ ਰਹੇ ਹਾਂ ਜੀ ਅਸੀਂ। ਕਿਉਂ ਨਹੀਂ ਗੱਲ ਕਰੀ ਫਿਰ ਜਦੋਂ ਕਹਿੰਦੇ ਆ ਕਿ ਮੈਂ ਪੰਥ ਦੀ ਗੱਲ ਕਰਦਾ ਆ? ਹੁਣ ਵੀ ਜਿਹੜਾ ਉਹਨਾਂ ਦੇ ਪੋਸਟਰ ਨੂੰ ਜੇਕਰ ਆਪਾਂ ਪੜ੍ਹਦੇ ਹਾਂ ਤਾਂ ਲਿਖਦਾ ਕਿ ਜੇਕਰ ਪੰਜਾਬ ਦਾ ਘਾਣ ਰੋਕਣਾ ਆ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਪੰਜਾਬ ਦੇ ਵਿੱਚ ਲੈ ਕੇ ਆਓ। ਦੇਖੋ ਪੰਜਾਬ ਦਾ ਘਾਣ ਮੈਂ ਕਹਾਂਗੀ ਵੀਰ ਜੀ ਹੁਣਾਂ ਨੇ ਰੋਕਿਆ ਸੀ ਜੀ।
ਪੰਜਾਬ ਦਾ ਕਾਂਡ ਜਦੋਂ ਇੰਨਾ ਹੋ ਰਿਹਾ ਸੀਗਾ, ਘਰਾਂ ਤੋਂ ਚੁੱਕ ਕੇ ਨੌਜਵਾਨ ਮਾਰੇ ਜਾ ਰਹੇ ਸੀ, ਧੀਆਂ ਵੀ ਮਾਰੀਆਂ ਜਾ ਰਹੀਆਂ ਸੀ। ਸਾਡੇ ਇਕੱਲੇ ਵੱਡੇ ਭੈਣ ਜੀ ਵੀਰ ਜੀ ਉਹ ਹੀ ਨਹੀਂ ਸ਼ਹੀਦ ਕੀਤੇ, ਸਾਡੇ ਉੱਥੇ ਬਾਬਾ ਜੀ ਸੀ ਜੀ, ਸੰਤ ਬਾਬਾ ਹਰਦਿਆਲ ਸਿੰਘ ਜੀ, ਉਹ ਵੀ ਮਤਲਬ ਚੱਕ ਕੇ ਮਾਰੇ। ਉਹਨਾਂ ਦੀ ਬੇਟੀ ਦੇ ਵਿਆਹ ਨੂੰ 15 ਦਿਨ ਹੋਏ ਸੀ ਜੀ, ਤੇ ਬਾਬਾ ਜੀ ਦੇ ਨਾਲ ਉਹਨਾਂ ਦੀ ਬੇਟੀ ਨੂੰ ਚੱਕਿਆ, ਦੋਨਾਂ ਨੂੰ ਪੁਲਿਸ ਨੇ ਮਾਰ ਦਿੱਤਾ। ਕਾਂਡ ਪੰਜਾਬ ਦਾ ਜੇ ਰੋਕਿਆ ਤਾਂ ਕਿਸੇ ਨੇ ਵੀਰ ਜੀ ਬੰਦੀ ਸਿੰਘਾਂ ਨੇ ਰੋਕਿਆ ਜੀ। ਤੇ ਅੱਜ ਉਹ ਬੰਦੀ ਸਿੰਘ 28 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ। ਸਾਡਾ ਕੌਮ ਦਾ ਫਰਜ਼ ਬਣਦਾ। ਮੈਂ ਮਾਨ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਮਾਨ ਸਾਹਿਬ ਜੀ ਤੁਸੀਂ ਸਾਡੇ ਸਤਿਕਾਰਯੋਗ ਹੋ, ਬਜ਼ੁਰਗ ਹੋ, ਮੈਂ ਤਾਂ ਇੱਕ ਧੀ ਹਾਂ ਤੁਹਾਡੀ, ਤੇ ਸਾਡੇ ਮਤਲਬ ਸਾਰੇ ਬੰਦੀ ਸਿੰਘਾਂ ਦੇ ਘਰ ਉਜੜੇ ਹੋਏ ਨੇ, ਸਾਡਾ ਉਜੜਿਆ ਹੋਇਆ ਘਰ, ਸਾਡੀਆਂ ਕੰਧਾਂ ਵੀ ਤੁਹਾਨੂੰ ਵਾਸਤਾ ਪਾਉਂਦੀਆਂ ਨੇ ਕਿ ਮਾਨ ਸਾਹਿਬ ਜੀ ਬੰਦੀ ਸਿੰਘਾਂ ਦੀ ਰਿਹਾਈ 'ਚ ਤੁਸੀਂ ਸਾਡਾ ਸਾਥ ਦਿਓ, ਕਿਉਂਕਿ ਸਾਰੀ ਜ਼ਿੰਦਗੀ ਮਾਨ ਸਾਹਿਬ ਜੀ ਨੇ ਚੋਣਾਂ ਲੜੀਆਂ ਨੇ। ਜੇ ਇਸ ਇੱਕ ਵਾਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਕੌਮ ਨੂੰ ਮਤਲਬ ਜਿਹੜੀ ਆਪਾਂ ਇਕੱਠੀ ਹੋ ਕੇ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਈਆਂ ਨੇ, ਇੱਕ ਦਿੱਲੀ ਨੂੰ ਚੰਗਾ ਸੁਨੇਹਾ ਨਹੀਂ ਜਾਏਗਾ? ਆਪਾਂ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਇੱਕ ਸੁਨੇਹਾ ਦਈਏ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ ਹੈ। ਪਰ ਉਹ ਕਹਿੰਦੇ ਬੀਬਾ ਜੀ ਤੋਂ ਗੱਲ ਨਹੀਂ ਹੋਣੀ, ਪਾਰਲੀਮੈਂਟ ਦੇ ਵਿੱਚ ਜਾ ਕੇ ਬੀਬਾ ਜੀ ਮਸਲੇ ਕਿਵੇਂ ਉਠਾਉਣਗੇ, ਬੀਬਾ ਜੀ ਗੱਲ ਕਿਵੇਂ ਉਠਾਉਣਗੇ? ਜਿਨ੍ਹਾਂ ਨੇ 28 ਸਾਲ ਦੁੱਖ ਝੱਲਿਆ ਉਹ ਦੁੱਖ ਬੋਲਣਗੇ ਜੀ ਪਾਰਲੀਮੈਂਟ 'ਚ। ਜਿਹੜੀ ਮੇਰੇ ਅਣਪਛਾਤੇ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਵੀ ਸਾਨੂੰ ਦਿੱਤੀਆਂ ਨਹੀਂ, ਸਾਡੇ ਭਰਾਵਾਂ ਦੀਆਂ 18 ਸਾਲ ਦੇ ਮੇਰੇ ਭਰਾ ਦੀ ਅਣਪਛਾਤੀ ਲਾਸ਼ ਕਰਾਰ ਦੇ ਕੇ ਛੱਡ ਦਿੱਤਾ ਸੀ। ਆਪਦੇ ਭਰਾ ਨੂੰ ਵੀ ਮਤਲਬ ਦਰਸ਼ਨ ਨਹੀਂ ਕਰ ਸਕੇ, ਸਾਡੇ ਮਾਪਿਓ ਆਪਦੇ ਬੱਚਿਆਂ ਦੇ ਦਰਸ਼ਨ ਨਹੀਂ ਕਰ ਸਕੇ, ਉਹ ਦੁੱਖ ਬੋਲਣਗੇ। ਸਾਡੇ ਬੰਦੀ ਸਿੰਘ ਜਿਹੜੇ 28 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਦੇ ਦੁੱਖ ਬੋਲਣਗੇ ਜੀ। ਜਿਹੜਾ ਕਾਨੂੰਨ ਜੇ ਸਾਰਿਆਂ ਲਈ ਇੱਕ ਆ, ਉਹ ਸਾਡੇ ਸਿੱਖਾਂ ਦੇ ਕਾਤਲਾਂ ਤੇ ਲਾਗੂ ਕਿਉਂ ਨਹੀਂ ਹੁੰਦਾ? ਸਾਡੇ ਤਾਂ ਦਰਦ ਬੋਲਣਗੇ। ਜਦੋਂ ਜਿਵੇਂ ਤੁਸੀਂ ਕਿਹਾ ਕਿ ਉਜੜੇ ਘਰ ਦੀ ਗੱਲ ਕੀਤੀ ਹੈ, ਜਦੋਂ ਅੱਜ ਵੀ ਉਸ ਉਜੜੇ ਘਰ ਦੇ ਵਿੱਚ ਜਾਂਦੇ ਹੋ ਜਿੱਥੇ ਘਾਹ ਫੂਸ ਜਿਹੜਾ ਉੱਗਿਆ ਹੋਇਆ, ਤਾਂ ਉਦੋਂ ਭਾਈ ਰੁਪਿੰਦਰ ਗੋਲਡੀ ਹੋਰਾਂ ਦੀ ਯਾਦ ਆਉਂਦੀ ਆ, ਉਹਨਾਂ ਉਦੋਂ ਭੈਣ ਅਮਨ ਭੈਣ ਦੀ ਜਿਹੜੀ ਯਾਦ ਆਉਂਦੀ ਆ, ਤਾਂ ਉਦੋਂ ਉਹਨਾਂ ਮਾਪਿਆਂ ਦੀ ਜਿਹੜੀ ਯਾਦ ਆਉਂਦੀ ਆ, ਜਿਹੜੇ ਮਾਪੇ ਪੁੱਤ ਦੇ ਉਡੀਕਦੇ ਜਿਹੜੇ ਆ ਚਲੇ ਗਏ, ਉਡੀਕ ਕੇ ਅੱਜ ਵੀ ਸਾਡਾ ਪੁੱਤ ਸਾਡੇ ਘਰ ਹੋ, ਅੱਜ ਵੀ ਸਾਡਾ ਪੁੱਤ ਸਾਡੇ ਘਰ ਹੋ। ਮੇਰੇ ਮਦਰ ਫਾਦਰ, ਅਸੀਂ ਜਦੋਂ ਜੀ 2019 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕੇਂਦਰ ਸਰਕਾਰ ਨੇ ਕਿ 8 ਬੰਦੀ ਸਿੱਖਾਂ ਦੀ ਰਿਹਾਈ ਤੇ ਵੀਰ ਜੀ ਦੀ ਫਾਂਸੀ ਦੀ ਸਜ਼ਾ ਕਨਵਰਟ ਹੁੰਦੀ ਆ, ਮੇਰੇ ਫਾਦਰ ਸਾਹਿਬ ਬੈੱਡ ਤੇ ਸੀਗੇ। ਇੱਕ ਆਸ ਨਾਲ ਬਹੁਤ ਖੁਸ਼ ਹੋਏ ਸੀ ਅਸੀਂ ਕਿ ਕੁਝ ਸਮਾਂ ਮਤਲਬ ਮੇਰੇ ਫਾਦਰ ਸਾਹਿਬ ਵੀਰ ਜੀ ਨਾਲ ਗੁਜ਼ਾਰਨਗੇ। ਉਡੀਕਦੇ ਇਸ ਦੁਨੀਆ ਤੋਂ ਚਲੇ ਗਏ। ਤੁਸੀਂ ਇਹ ਦੇਖ ਲਓ ਕਿ 28 ਸਾਲਾਂ ਦੇ ਵਿੱਚ ਪਹਿਲੀ ਵਾਰ ਵੀਰ ਜੀ ਨੂੰ 1 ਘੰਟੇ ਦੀ ਪੈਰੋਲ ਮਿਲੀ, ਉਹ ਵੀ ਹਾਈ ਕੋਰਟ 'ਚ ਜਾ ਕੇ। ਕਿ ਮਾਨ ਸਾਹਿਬ ਨੇ ਦੇਖਿਆ ਕਿ ਇਸ ਪਰਿਵਾਰ ਦੇ ਭਾਈ ਸਾਰੇ ਜੀ ਚਲੇ ਗਏ, ਉਸ ਟਾਈਮ ਹਾਈ ਕੋਰਟ 'ਚ ਇਹ ਸਾਰੇ ਦੁੱਖ ਦੇਖੇ ਮਾਨ ਸਾਹਿਬ ਨੇ ਸਾਡੇ, ਤੇ 1 ਘੰਟੇ ਦੀ ਪੈਰੋਲ ਮਿਲੀ ਵੀਰ ਜੀ ਨੂੰ ਸਾਡੇ ਫਾਦਰ ਸਾਹਿਬ ਜੀ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਣ ਲਈ। ਇਸ ਤੋਂ ਵੱਡੀ ਬੇਇਨਸਾਫੀ ਹੋਰ ਕੀ ਹੋ ਸਕਦੀ ਜੀ? ਅੱਛਾ, ਉਹ ਕੰਧਾਂ ਅੱਜ ਵੀ ਵੱਢ ਖਾਣ ਨੂੰ ਆਉਂਦੀਆਂ ਹੋਣਗੀਆਂ ਜਦੋਂ ਉਹਨਾਂ ਦੇ ਵਿੱਚ ਤੁਸੀਂ ਚੱਲ ਜਾਂਦੇ ਹੋ, ਵੈਸੇ ਜਾਂਦੇ ਹੁੰਦੇ ਹੋ ਘਰ ਕਿੰਨੇ ਟਾਈਮ ਬਾਅਦ? ਮੈਂ ਜੀ ਆਪਣੇ ਮਦਰ ਤੋਂ ਬਾਅਦ, ਜਦੋਂ ਸਾਡੇ ਮਦਰ ਇਸ ਦੁਨੀਆ ਤੋਂ ਗਏ ਆ, ਉਦੋਂ ਤਾਂ ਮਤਲਬ ਇਜਾਜ਼ਤ ਵੀ ਨਹੀਂ ਮਿਲੀ ਸੀਗੀ ਸਾਨੂੰ, ਤੇ ਉਸ ਤੋਂ ਬਾਅਦ ਅਸੀਂ ਕਦੇ ਉਸ ਘਰੇ ਨਹੀਂ ਗਏ। ਅਸੀਂ ਇੱਕ ਫੈਸਲਾ ਕੀਤਾ ਸੀਗਾ, ਫਾਦਰ ਸਾਹਿਬ ਵੀ ਮੇਰੇ ਕੋਲ ਹੀ ਰਹਿੰਦੇ ਸੀਗੇ, ਅਸੀਂ ਇਹ ਫੈਸਲਾ ਕੀਤਾ ਸੀ ਕਿ ਵੀਰ ਜੀ ਰਾਜੋਆਣਾ ਜੀ ਜਦੋਂ ਆਉਣਗੇ ਉਦੋਂ ਘਰੇ ਜਾਵਾਂਗੇ ਜੀ। ਹੁਣ ਜਦੋਂ ਵੀਰ ਜੀ ਰਾਜੋਆਣਾ ਤੇ ਬੰਦੀ ਸਿੰਘਾਂ ਲਈ ਸੰਘਰਸ਼ ਸ਼ੁਰੂ ਕੀਤਾ, ਤਾਂ ਮੈਂ ਮਤਲਬ ਉੱਥੋਂ ਆਪਣੇ 6ਵੀਂ ਪਾਤਸ਼ਾਹ ਤੋਂ ਆਸ਼ੀਰਵਾਦ ਲੈ ਕੇ ਤੇ ਆਪਣੇ ਘਰੇ ਜਾ ਕੇ ਮਤਲਬ ਉੱਥੇ ਆਪਣੇ ਸ਼ਹੀਦਾਂ ਤੋਂ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਜੀ। ਤਸ਼ੱਦਦ ਦੀ ਗੱਲ ਕਰੀ, ਤੁਹਾਡੇ ਪਰਿਵਾਰ ਤੇ ਵੀ ਬੜਾ ਤਸ਼ੱਦਦ ਹੋਇਆ। ਮੈਨੂੰ ਸ਼ਾਇਦ ਇਸ ਤਰ੍ਹਾਂ ਤਸ਼ੱਦਦ ਅਸੀਂ ਕੈਮਰੇ ਅੱਗੇ ਵੀ ਨਹੀਂ ਦੱਸ ਸਕਦੇ ਜਿਸ ਤਰ੍ਹਾਂ ਦਾ ਹੋਇਆ। ਭੈਣ ਵੱਡੇ ਭੈਣ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਤੁਹਾਡੇ ਘਰ ਮਤਲਬ ਸ਼ਾਇਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਸਾਰੇ ਪਰਿਵਾਰ ਤੇ ਜੀ ਇੰਨਾ ਤਸ਼ੱਦਦ ਹੋਇਆ ਕਿ 2 ਮਹੀਨੇ ਤਾਂ ਸਾਡੇ ਪਰਿਵਾਰ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਇਕੱਲੀ ਰਹਿ ਗਈ ਸੀ ਜੀ। ਮੈਂ ਮੇਰੀ ਉਮਰ ਉਦੋਂ ਤਾਂ 15 ਸਾਲ ਸੀਗੀ ਸਿਰਫ, ਜਦੋਂ ਸਾਡੇ ਪਰਿਵਾਰ ਨੂੰ ਇਹਨਾਂ ਨੇ ਚੱਕ ਲਿਆ। ਮਤਲਬ 2 ਮਹੀਨੇ ਤਾਂ ਹੀ ਨਹੀਂ ਸੀਗਾ ਪਤਾ ਕਿ ਸਾਡੇ ਕੋਈ ਜਿਉਂਦਾ ਵੀ ਆ। ਘਰ ਨੂੰ ਅੱਗ ਲਾਉਣ ਦੇ ਐਸਐਸਪੀ ਕਾਲੋਂ ਸੀ ਜੀ, ਉਹਨੇ ਹੁਕਮ ਦੇਤੇ ਸੀਗੇ। ਫਾਦਰ ਸਾਹਿਬ ਦਾ ਇਹਨਾਂ ਨੂੰ ਇੱਥੋਂ ਤੱਕ ਸੀਗਾ ਮਤਲਬ ਕਿ ਮੇਰੇ ਫਾਦਰ, ਮੇਰੇ ਭੈਣ ਜੀ, ਮੇਰੇ ਜੀਜਾ ਜੀ, ਉਹਨਾਂ ਦੀਆਂ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਗੱਡੀ 'ਚ ਬਿਠਾ ਲਿਆ ਸੀ। ਉਹਨਾਂ ਨੂੰ ਇੰਟਰੋਗੇਟ, ਪਹਿਲਾਂ ਤਾਂ ਪੂਰਾ ਇੰਟਰੋਗੇਟ ਕੀਤਾ ਮੇਰੇ ਫਾਦਰ ਸਾਹਿਬ, ਮੇਰੇ ਭੈਣ ਜੀ ਨੂੰ, ਸਾਰਿਆਂ ਨੂੰ ਪੂਰਾ ਇੰਟਰੋਗੇਟ ਕਰਕੇ, ਮੇਰੇ ਜੀਜਾ ਜੀ ਨੂੰ ਇੰਟਰੋਗੇਟ ਕੀਤਾ ਕਰਕੇ ਉਹਨਾਂ ਨੂੰ ਕਹਿੰਦਾ ਕਿ ਇਹਨਾਂ ਨੂੰ ਜਾ ਕੇ ਮਾਰ ਦਿਓ। ਉਹਨਾਂ ਨੂੰ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਗੱਡੀ 'ਚ ਬਿਠਾ ਲਿਆ ਸੀ ਜੀ ਕਿ ਜਾ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਦਿਓ। ਫਿਰ ਉਹ ਮਤਲਬ ਕਹਿੰਦੇ ਕਿ ਮੇਰੇ ਵੀ ਉੱਥੇ ਗੱਲਬਾਤ ਹੋਈ ਜੀ। ਜਿਹੜੇ ਮੇਰੇ ਜੀਜਾ ਜੀ ਸੀ ਉਹ ਕੈਨੇਡਾ ਦੇ ਜੰਪਲ ਸੀ ਜੀ, ਉਹਨਾਂ ਦਾ ਬਰਥ ਕੈਨੇਡਾ ਦਾ ਸੀਗਾ। ਉਸ ਟਾਈਮ ਤਾਂ ਉਹਨਾਂ ਨੇ ਮਤਲਬ ਕਿ ਗੱਡੀਆਂ 'ਚੋਂ ਉਤਾਰ ਲਏ
ਫਿਰ ਇਹਨਾਂ ਨੇ ਮਤਲਬ ਫਿਰ ਉਸ ਤੋਂ ਬਾਅਦ ਫਿਰ ਵੀ ਮੇਰੇ ਸਿਸਟਰ ਛੱਡੇ ਨਹੀਂ ਜੀ, ਫਿਰ ਵੀ ਸਾਡਾ ਘਰੇ ਆ ਕੇ ਮੇਰੇ ਸਿਸਟਰ ਦਾ ਇਹਨਾਂ ਨੇ ਕਤਲ ਕੀਤਾ। ਮੇਰੇ ਫਾਦਰ ਸਾਹਿਬ ਨੂੰ ਵੀ ਕਈ ਵਾਰੀ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀ ਕਿ ਝੂਠਾ ਮੁਕਾਬਲਾ ਬਣਾਉਣ ਲਈ ਬਾਹਰ ਲੈ ਜਾਣਾ। ਫਿਰ ਸਾਡੇ ਪਰਿਵਾਰ ਦਾ ਕੋਈ ਸਮਾਨ ਨਹੀਂ ਸੀ ਛੱਡਿਆ। ਫਿਰ ਸਾਡੇ ਪਰਿਵਾਰ ਦਾ ਕੇਸ ਰਾਜ ਸਭਾ 'ਚ ਉੱਠਿਆ ਸੀ ਜੀ। ਇੰਨਾ ਤਸ਼ੱਦਦ ਇੰਨਾ ਪਰਿਵਾਰ 'ਚ ਹੋਇਆ ਸੀ ਕਿ ਇਹ ਕੇਸ ਰਾਜ ਸਭਾ 'ਚ ਉੱਠਣ ਕਰਕੇ ਫਿਰ ਮੇਰੇ ਫਾਦਰ ਸਾਹਿਬ ਦੀ ਜਾਨ ਬਚੀ ਸੀ ਜੀ। ਤੇ ਉਹੀ ਚੀਜ਼ ਅਸੀਂ ਕਹਿੰਦੇ ਆ ਕਿ ਦੇਖੋ ਉਸ ਟਾਈਮ ਤੇ ਰਾਜ ਸਭਾ 'ਚ ਸਾਡੇ ਪਰਿਵਾਰ ਦਾ ਕੇਸ ਉੱਠਿਆ, ਤਾਂ ਕਰਕੇ ਸਾਡੇ ਫਾਦਰ ਸਾਹਿਬ ਦੀ ਜਾਨ ਬਚੀ। ਤੇ ਅੱਜ ਅਸੀਂ ਮਤਲਬ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਐਡੀ ਬੇਇਨਸਾਫੀ ਨੂੰ ਜੇਕਰ ਬੰਦੀ ਸਿੰਘਾਂ ਦੇ ਪਰਿਵਾਰ ਪਾਰਲੀਮੈਂਟ 'ਚ ਲੈ ਕੇ ਜਾਂਦੇ ਨੇ, ਦਿੱਲੀ ਨੂੰ ਇੱਕ ਸੁਨੇਹਾ ਨਹੀਂ ਹੋਏਗਾ। ਅੱਛਾ, ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਸੀ ਕਿ ਤੁਹਾਡੇ ਜੀਜਾ ਜੀ ਦੇ ਪਰਿਵਾਰ ਦੇ ਉੱਪਰ, ਉਹਨਾਂ ਦੇ ਉੱਪਰ ਵੀ ਕਾਫੀ ਤਸ਼ੱਦਦ ਹੋਇਆ, ਉਸ ਤੋਂ ਬਾਅਦ ਸ਼ਾਇਦ ਉਹ ਕੈਨੇਡਾ ਤੋਂ ਵਾਪਸ ਵੀ ਨਹੀਂ ਆਏ। ਹਾਂਜੀ, ਮਤਲਬ ਮੈਂ ਤੁਹਾਨੂੰ ਇਹ ਦੱਸਾਂ ਜੀ, ਜੋ ਮੈਨੂੰ ਦੱਸਿਆ ਗਿਆ ਸੀਗਾ ਕਿ ਮੇਰੇ ਜੀਜਾ ਜੀ ਨੂੰ ਇਹਨਾਂ ਨੇ ਇਹ ਕਿਹਾ ਸੀਗਾ, ਪੁਲਿਸ ਨੇ ਐਸਐਸਪੀ ਕਾਲੋ ਨੇ ਖੁਦ, ਕਿ ਮੇਰੇ ਫਾਦਰ ਸਾਹਿਬ ਦੇ ਮੂੰਹ ਤੇ ਥੱਪੜ ਮਾਰ। ਅੱਛਾ ਜੀ, ਇਹ ਗੱਲ ਕਹੀ ਸੀ, ਪਰ ਮੇਰੇ ਜੀਜਾ ਜੀ ਨੇ ਥੱਪੜ ਮਾਰਨ ਤੋਂ ਨਾ ਕਰਤੀ ਸੀ। ਉਸ ਤੋਂ ਬਾਅਦ ਫਿਰ ਉਹਨੇ ਮੇਰੇ ਜੀਜਾ ਜੀ ਨੂੰ ਹਰ ਤਰੀਕੇ ਨਾਲ ਇੰਟਰੋਗੇਟ ਕੀਤਾ ਸੀ ਜੀ, ਪਰ ਉਹਨਾਂ ਨੇ ਬਿਲਕੁਲ ਵੀ ਉਹ ਨਹੀਂ ਕੀਤਾ। ਉਸ ਤੋਂ ਬਾਅਦ ਮਤਲਬ ਕਿ ਫਿਰ ਉਹ ਇੱਥੋਂ ਚਲੇ ਗਏ ਸੀ ਜੀ। ਜਦੋਂ ਇਹਨਾਂ ਨੂੰ ਛੱਡਤਾ, ਇਹਨਾਂ ਨੂੰ ਇਹ ਹੁਕਮ ਦਿੱਤਾ ਸੀ ਮੇਰੇ ਜੀਜਾ ਜੀ ਨੂੰ ਕਿ 24 ਘੰਟਿਆਂ ਦੇ ਵਿੱਚ ਦੇਸ਼ ਛੱਡ ਜਾ, ਨਹੀਂ ਅਸੀਂ ਤੈਨੂੰ ਵੀ ਗੋਲੀ ਮਾਰ ਦੇਵਾਂਗੇ। ਇਹ ਚੀਜ਼ ਕਰਦੀ ਸੀ। ਇਸ ਚੀਜ਼ ਦੀ ਵੀ ਬੜੀ ਚੀਜ਼ ਹੁੰਦੀ ਹੈ ਕਿ ਅਸੀਂ ਜਿਸ ਤਰ੍ਹਾਂ ਤੁਸੀਂ ਆਖ ਰਹੇ ਹੋ ਕਿ ਅਸੀਂ ਬੰਦੀ ਸਿੰਘਾਂ ਦੇ ਲਈ ਲੜ ਰਹੇ ਹਾਂ, ਉਸ ਪਾਸੇ ਦੂਸਰੀਆਂ ਜਿਹੜੇ ਪੰਥਕ ਜਥੇਬੰਦੀਆਂ ਖੁਦ ਜਿਹੜੀਆਂ ਵੱਖੋ ਵੱਖ ਤੁਰ ਪੈਂਦੀਆਂ ਨੇ। ਤੁਸੀਂ ਆਖਿਆ ਕਿ ਮੈਂ ਬੰਦੀ ਸਿੰਘਾਂ ਦੇ ਲਈ ਲੜ ਰਹੇ ਹਾਂ, ਉਹ ਦੂਸਰੇ ਜਥੇਬੰਦੀ ਕਹਿੰਦੇ ਕਿ ਅਸੀਂ ਵੀ ਜਿਹੜੇ ਹੈਗਾ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਕੌਮ ਦੀ ਗੱਲ ਕਰਦੇ ਹਾਂ, ਪਰ ਦੋ ਫਾੜ ਹੋਏ ਫਿਰਦੇ ਨੇ। ਉਦੋਂ ਦਿਲ ਦੇ ਵਿੱਚ ਚੀਜ਼ ਉੱਠਦੀ ਆ। ਦੇਖੋ, ਮੈਂ ਤਾਂ ਇੱਕ ਚੀਜ਼ ਜਾਣਦੀ ਹਾਂ ਜੀ, ਅਸੀਂ ਆਪਣੇ ਵੀਰ ਜੀ ਲਈ ਸੰਘਰਸ਼ ਕੀਤਾ, ਉਹਨਾਂ ਨੇ ਸਾਰੇ ਜਥੇਬੰਦੀਆਂ ਨੇ ਕੀਤਾ, ਪਰ ਜਿਹੜੀਆਂ ਅਸੀਂ 28 ਸਾਲ ਚੱਲੇ ਆ, ਉਹ ਸਿਰਫ ਸਾਨੂੰ ਪਤਾ, ਪਰਿਵਾਰ ਨੂੰ, ਵੀਰ ਜੀ ਉਹਨਾਂ ਨੂੰ ਪਤਾ, ਘਰ ਵੇਚ ਕੇ ਚੱਲੇ ਆ ਆਪਦਾ, ਮਤਲਬ ਇੱਕ ਇੱਕ ਚੀਜ਼, ਸੋਨਾ, ਹਰ ਚੀਜ਼ ਵੇਚ ਕੇ ਇਹਨਾਂ ਰਾਹਾਂ ਤੇ ਚੱਲੇ ਆ ਜੀ ਅਸੀਂ। 28 ਸਾਲਾਂ ਦਾ ਸਫ਼ਰ ਕੋਈ ਛੋਟਾ ਮੋਟਾ ਸਫ਼ਰ ਨਹੀਂ ਹੈਗਾ ਜੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਇੱਕ ਸਵਾਲ ਮੇਰਾ ਹੈ ਕਿ ਜਿਹੜਾ ਇਸ ਵਾਰ ਤੁਹਾਡਾ ਪੋਸਟਰ ਆ, ਹਰ ਵਾਰੀ ਹੋਇਆ ਕਿ ਪੋਸਟਰ ਦੇ ਉੱਪਰ ਜੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਚੋਣ ਜਿਹੜਾ ਵੀ ਉਮੀਦਵਾਰ ਲੜਦਾ ਆ, ਬਾਦਲ ਪਰਿਵਾਰ ਦੀ ਤਸਵੀਰ, ਬਸਪਾ ਦੇ ਜਿਹੜੇ ਹੈਗੇ ਆ ਲੀਡਰਾਂ ਦੀ ਤਸਵੀਰ ਜ਼ਰੂਰ ਹੁੰਦੀ ਹੈ, ਪਰ ਇਸ ਵਾਰੀ ਸਿਰਫ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਤਸਵੀਰ ਕਿਉਂ? ਦੇਖੋ, ਇਸ ਟਾਈਮ ਇਹ ਚੀਜ਼ ਸੀਗੀ ਕਿ ਮਤਲਬ ਮੈਂ ਕੋਈ ਰਾਜਨੀਤਿਕ ਤਾਂ ਹੈ ਨਹੀਂ ਜੀ, ਨਾ ਹੀ ਮੈਂ ਰਾਜਨੀਤੀ ਕਰਨੀ ਆ, ਨਾ ਮੈਂ ਰਾਜਨੀਤੀ ਦੇ ਵਿੱਚ ਆਉਣਾਗਾ। ਤੇ ਉਹਨਾਂ ਨੇ ਵੀ, ਪਾਰਟੀ ਨੇ ਵੀ ਇਹੀ ਗੱਲ ਸਾਨੂੰ ਕਹੀ ਸੀ ਜਦੋਂ ਮਤਲਬ ਉਹ ਕਹਿੰਦੇ ਸੀ ਕਿ ਸਾਂਝਾ ਉਮੀਦਵਾਰ ਸਾਰੀਆਂ ਪੰਥਕ ਧਿਰਾਂ ਦਾ। ਸ਼੍ਰੋਮਣੀ ਅਕਾਲੀ ਦਲ ਵੀ ਇਹੀ ਬੇਨਤੀ ਕਰਨ ਸਾਡੇ ਕੋਲ ਆਏ ਸੀਗੇ ਕਿ ਤੁਸੀਂ ਆਜ਼ਾਦ, ਸਾਰੀਆਂ ਪੰਥਕ ਧਿਰਾਂ ਦੀ ਬੇਨਤੀ ਹੈ ਸ਼੍ਰੀ ਅਕਾਲ, ਤੁਸੀਂ ਆਜ਼ਾਦ ਖੜ ਜਾਓ। ਪਰ ਵੀਰ ਜੀ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਜਦੋਂ ਉੱਥੇ ਕਿਹਾ ਕਿ ਆਜ਼ਾਦ ਨਹੀਂ ਅਸੀਂ ਲੜ ਸਕਦੇ ਜੀ, ਕਿਉਂਕਿ ਆਜ਼ਾਦ ਕਿਸੇ ਵੀ ਬੰਦੀ ਸਿੱਖ ਪਰਿਵਾਰ ਦੀ ਜਿਹੜੀ ਆ ਸਮਰੱਥਾ ਹੀ ਹੈ ਨਹੀਂ ਜੀ। ਤਾਂ ਵੀਰ ਜੀ ਨੇ ਇਹੀ ਗੱਲ ਕਹੀ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਸਾਨੂੰ ਆਪਦੀ ਟਿਕਟ ਤੇ ਚੋਣ ਲੜਾਏਗਾ ਤਾਂ ਅਸੀਂ ਚੋਣਾਂ 'ਚ ਖੜਾ ਹੋਵਾਂਗੇ ਔਰ ਪੰਥਕ ਧਿਰਾਂ ਸਾਰੀਆਂ ਸਾਥ ਦੇਣ ਜੀ। ਸਾਡੇ ਸਰੋਤਿਆਂ ਦੇ ਲਈ ਸੁਨੇਹਾ ਕੀ ਰਹੂਗਾ ਤੁਹਾਡਾ? ਸਾਡਾ ਤਾਂ ਇਹੀ ਸੁਨੇਹਾ ਗਾ ਕਿ ਬੰਦੀ ਸਿੰਘਾਂ ਨੇ ਕੌਮ ਦੇ ਮਾਨ ਸਨਮਾਨ ਦੇ ਲਈ ਆਪਣੀਆਂ ਜ਼ਿੰਦਗੀਆਂ ਹੀ ਨਹੀਂ, ਆਪਣਾ ਸਭ ਕੁਝ ਕੁਰਬਾਨ ਕਰਤਾ, ਆਪਣੇ ਘਰ-ਬਾਰ ਉਜਾੜ ਲਏ, ਆਪਣੀਆਂ ਪੂਰਾ ਜੀਵਨ ਕੌਮ ਦੇ ਲਈ ਲਗਾ ਦਿੱਤਾ। ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਓ ਸਾਥ ਦਿਓ, ਜਿੱਥੇ ਵੀ ਤੁਹਾਡੇ ਭੈਣ ਭਰਾ ਨੇ ਉਹਨਾਂ ਨੂੰ ਸੁਨੇਹੇ ਭੇਜੋ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾਈਏ। ਦਿੱਲੀ ਨੂੰ ਇੱਕ ਸਾਰਾ ਰਲ ਕੇ ਸੁਨੇਹਾ ਦਈਏ, ਖਾਲਸਾ ਪੰਥ ਪੂਰਾ ਏਕਾ ਕਰੇ ਕਿ ਅਸੀਂ ਦਿੱਲੀ ਨੂੰ ਇੱਕ ਸੁਨੇਹਾ ਦਈਏ ਜੀ। ਜੀ, ਤੁਸੀਂ ਕੀਮਤੀ ਸਮੇਂ 'ਚ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਮੇਰੇ ਨਾਲ ਬੀਬਾ ਕਮਲਦੀਪ ਕੌਰ ਰਾਜੋਆਣਾ ਸੀ। ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ, ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ। ਧੰਨਵਾਦ ਜੀ।